ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਐਂਡ ਵੈਲਕਮ ਬੈਕ ਟੂ ਕੋਰੇਡ YouTube ਚੈਨਲ। ਲਾਸਟ ਕਲਾਸ ਵਿੱਚ ਅਸੀਂ ਜੀਨ ਪਿਆਜੇ ਦੀ ਪ੍ਰੋਸੈਸ ਆਫ ਅਡੈਪਟੇਸ਼ਨ ਬਾਰੇ ਡਿਸਕਸ ਕਰਿਆ ਸੀ। ਅੱਜ ਦੀ ਕਲਾਸ ਵਿੱਚ ਅਸੀਂ ਡਿਸਕਸ ਕਰੂੰਗੇ ਜੀਨ ਪਿਆਜੇ ਕੋਗਨੀਟਿਵ ਡਿਵੈਲਪਮੈਂਟ ਥਿਊਰੀ ਦੀ ਚਾਰ ਇੰਪੋਰਟੈਂਟ ਸਟੇजेस ਜਿਹੜੀਆਂ ਕਿ ਜੀਨ ਪਿਆਜੇ ਨੇ ਦਈਆਂ ਸੀ। ਸੋ ਅਕੋਰਡਿੰਗ ਟੂ ਜੀਨ ਪਿਆਜੇ ਜਿਹੜਾ ਚਾਈਲਡ ਦੀ ਡਿਵੈਲਪਮੈਂਟ ਹੁੰਦੀ ਹੈ ਉਹ ਇੱਕ ਸਟੈਪ ਬਾय ਸਟੈਪ ਪ੍ਰੋਸੈਸ ਹੈ। ਡਿਵੈਲਪਮੈਂਟ is a step by step process, not a rapid process. So development take place in a step by step manner. ਉਹ gradually develop ਹੁੰਦੀ ਹੈ ਨਾ ਕਿ rapidly develop ਹੁੰਦੀ ਹੈ। ਤੇ ਚਾਰ main stages ਹੈ। There are four main stages in Piaget's cognitive development theory. ਉਹ ਕਿਹੜੀਆਂ stages ਹੈ ਆਪਾਂ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲੀ stage ਹੁੰਦੀ ਹੈ sensory motor stage। ਤੇ ਇਹਦੇ ਵਿੱਚ ਕਿਹੜੇ ਏਜ ਗਰੁੱਪ ਦੇ ਬੱਚੇ ਆਉਂਦੇ ਹੈ? ਏਜ ਗਰੁੱਪ ਹੈ ਬਰਥ ਤੋਂ ਲੈ ਕੇ 2 ਇਅਰਸ ਤੱਕ। ਫਰੋਮ ਬਰਥ ਟੂ 2 ਇਅਰਸ ਤੱਕ ਦੇ ਏਜ ਗਰੁੱਪ ਦੇ ਬੱਚੇ ਕਿਹੜੀ ਸਟੇਜ ਵਿੱਚ ਆਉਂਦੇ ਹੈ? ਸੈਂਸਰੀ ਮੋਟਰ ਸਟੇਜ। ਸੈਂਸਰੀ ਮੋਟਰ ਸਟੇਜ ਮੀਨਸ ਸੋ ਜਿਹੜੇ ਇਨਫੈਂਟ ਹੈ ਜਾਂ ਟੌਡਲਰ ਹੈ ਉਹ ਆਪਣੀ ਨੌਲੇਜ ਅਕਵਾਇਰ ਕਰਦੇ ਹੈ ਸੈਂਸਸ ਦੇ ਐਕਸਪੀਰੀਅੰਸ ਨਾਲ ਔਰ ਮੈਨੀਪੂਲੇਸ਼ਨ ਆਫ ਆਬਜੈਕਟਸ। ਆਪਾਂ ਇੱਥੇ ਲਿਖ ਵੀ ਲੈਂਦੇ ਆ। Infants and toddlers acquire knowledge through sensory experiences and many and manipulation of objects। ਸੋ ਜਿਹੜੇ ਟੌਡਲਰ ਹੈ ਆਪਣੀ ਨੌਲੇਜ ਅਕਵਾਇਰ ਕਰਦੇ ਆ ਆਪਣੇ ਸੈਂਸਰੀ ਐਕਸਪੀਰੀਐਂਸਿਸ ਨਾਲ। ਸੈਂਸਸ ਦੇ ਐਕਸਪੀਰੀਐਂਸ ਨਾਲ। ਸਾਡੇ ਸੈਂਸਸ ਕਿਹੜੇ ਹੈ? ਬਾय ਟੱਚਿੰਗ, ਬਾय ਸੀਇੰਗ, ਬਾय ਹੀਅਰਿੰਗ ਔਰ ਬਾय ਐਕਸਪਲੋਰਿੰਗ। ਜਦ ਚਾਈਲਡ ਐਕਸਪਲੋਰ ਕਰਦਾ ਕ੍ਰੋਲ ਕਰਕੇ, ਜਦ ਇੱਕ ਚਾਈਲਡ ਕ੍ਰੋਲ ਕਰਦਾ ਹੈ ਉਹ ਚੀਜ਼ਾਂ ਐਕਸਪਲੋਰ ਕਰਦਾ ਆਪਣੇ ਆਪ। ਜਦ ਕੋਈ ਬੱਚਾ ਸੁਣਦਾ ਹੈ, ਕੋਈ ਚੀਜ਼ ਉਹ ਦੇਖਦਾ ਉਹਨੂੰ ਫੀਲ ਕਰਦਾ, ਟੱਚ ਕਰਦਾ, ਤਾਂ ਉਹਦੇ ਥਰੂ ਚਾਈਲਡ ਦੀ ਜਿਹੜੀ ਹੈ ਲਰਨਿੰਗ ਹੁੰਦੀ ਹੈ, ਉਹਨੂੰ ਐਕਸਪੀਰੀਐਂਸਿਸ ਮਿਲਦੀ ਹੈ। ਤਾਂ ਐਕਸਪੀਰੀਐਂਸ ਦੇ ਥਰੂ ਉਹ ਆਪਣੇ ਸੈਂਸਸ ਦੇ ਫੀਲ ਨਾਲ ਉਹ ਲਰਨਿੰਗ ਉਹਦੇ ਵਿੱਚ ਹੁੰਦੀ ਹੈ। ਓਕੇ, ਸੋ ਇੰਟੈਲੀਜੈਂਸ ਚਾਈਲਡ ਦੀ ਕਿਹਦੇ ਤੇ ਡਿਪੈਂਡ ਕਰਦੀ ਹੈ? ਇੰਟੈਲੀਜੈਂਸ ਆਫ ਚਾਈਲਡ depends on two things: motor and sensory experiences। motor मतलब body the movement the through it happens due to the body movements। and sensory experiences through eyes, mouth, nose and touch। ਸੋ ਇਹ ਚੀਜ਼ ਆਈਜ਼ ਦੇ ਯੂਜ਼ ਨਾਲ, ਮਾਊਥ, ਨੋਜ਼ ਐਂਡ ਟੱਚ ਨੂੰ ਫੀਲ ਕਰਕੇ ਬੱਚਾ ਕਿਆ ਕਰਦਾ? ਐਕਸਪਲੋਰ ਕਰਦਾ ਹੈ। when they hear, when they see something, ਸੋ ਉਹ ਚਾਈਲਡ ਦੇ ਸੈਂਸਰੀ ਐਕਸਪੀਰੀਐਂਸਿਸ ਹੈ। ਤੇ ਚਾਈਲਡ ਦਾ ਇੰਟੈਲੀਜੈਂਸ ਕਿਹਦੇ ਤੇ ਡਿਪੈਂਡ ਕਰਦਾ? ਮੋਟਰ ਐਂਡ ਸੈਂਸਰੀ ਐਕਸਪੀਰੀਐਂਸਿਸ ਨਾਲ। ਮੋਟਰ ਵਿੱਚ ਫॉर एग्जांपल when a child crawls he is able to explore things। okay, so baby starts reacting to the environment through actions। ਤਾਂ ਬੇਬੀ ਆਪਣੇ এনवायरमेंट ਨਾਲ ਰਿਐਕਟ ਕਰਦਾ ਹੈ ਤੇ ਉਹਨੂੰ ਲੱਗਦਾ ਹੈ ਕਿ ਉਹ ਆਬਜੈਕਟ ਪਰਮਨੈਂਸ ਵਿੱਚ ਬਿਲੀਵ ਕਰਦਾ ਹੈ, ਯਾਨੀ ਕਿ ਆਬਜੈਕਟਸ ਐਗਜ਼ਿਸਟ ਈਵਨ ਵੈਨ ਨਾਟ ਸੀਨ। ਮਤਲਬ ਜਦ ਉਹਨੂੰ ਆਬਜੈਕਟ ਨਹੀਂ ਦਿਖ ਰਿਹਾ, ਕੋਈ ਉਹਦਾ ਟॉय ਨਹੀਂ ਦਿਖ ਰਿਹਾ, ਬਟ ਫਿਰ ਵੀ ਉਹਨੂੰ ਲੱਗਦਾ ਕਿ ਉਹ ਹੈਗਾ ਰਿਐਲਿਟੀ ਵਿੱਚ। ਸੋ ਆਬਜੈਕਟ ਪਰਮਨੈਂਸ ਵਿੱਚ ਚਾਈਲਡ ਬਿਲੀਵ ਕਰਦਾ।
ਨੈਕਸਟ ਸਾਡੀ ਸਟੇਜ ਹੈ ਸੈਕੰਡ ਸਟੇਜ, ਪ੍ਰੀ ਆਪਰੇਸ਼ਨਲ ਸਟੇਜ। ਸੋ ਸੈਕੰਡ ਸਟੇਜ ਇਜ਼ ਪ੍ਰੀ ਆਪਰੇਸ਼ਨਲ ਸਟੇਜ। ਇਹਦੇ ਵਿੱਚ ਚਾਈਲਡ ਪ੍ਰਿਟੈਂਡ ਔਰ ਪਲੇ ਕਰਕੇ ਸਿੱਖਦਾ ਹੈ। ਇਹਦੇ ਵਿੱਚ ਚਾਈਲਡ ਹਲੇ ਵੀ ਇੱਕ ਲੌਜੀਕਲ ਥਿੰਕਰ ਨਹੀਂ ਹੁੰਦਾ, ਮਤਲਬ ਕਿ ਇਹਦੇ ਵਿੱਚ ਪਹਿਲਾਂ ਤਾਂ ਕਿਹੜੀ ਏਜ ਗਰੁੱਪ ਦੇ ਬੱਚੇ ਆਉਂਦੇ, 2 to 7 ਇਅਰਸ। 2 to 7 ਇਅਰਸ ਦੇ ਏਜ ਗਰੁੱਪ ਦੇ ਚਿਲਡਰਨ falls under the category of pre-operational stage। ਸੋ pre-operational stage ਵਿੱਚ ਚਾਈਲਡ ਕਿਹਦੇ ਥਰੂ ਸਿੱਖਦਾ, ਥਰੂ ਪ੍ਰਿਟੈਂਡ ਐਂਡ ਪਲੇ। ਪ੍ਰਿਟੈਂਡ ਕਰਕੇ ਕੋਈ ਪਲੇ ਕਰਦੇ ਆ, ਮਤਲਬ ਕੋਈ ਜਿਵੇਂ ਕਰ ਖੇਲਦੇ ਆ ਬੱਚੇ, ਤਾਂ ਉਹ ਪ੍ਰਿਟੈਂਡ ਪਲੇ ਹੁੰਦਾ ਹੈ। ਸੋ ਦੇ ਆਰ ਨॉट still not logical thinkers, children are still not logical thinkers। ਸੋ ਬੱਚੇ ਹਲੇ ਵੀ ਲੌਜੀਕਲ ਥਿੰਕਰਸ ਨਹੀਂ ਹੁੰਦੇ ਪ੍ਰੀ ਆਪਰੇਸ਼ਨਲ ਸਟੇਜ ਵਿੱਚ ਆ ਕੇ, ਯਾਨੀ 2 to 7 ਇਅਰਸ ਦੇ ਬੱਚੇ ਲੌਜੀਕਲੀ ਹਲੇ ਨਹੀਂ ਸੋਚਣਾ ਸਿੱਖਦੇ। ਉਹਨਾਂ ਦੀ ਥਿੰਕਿੰਗ ਇਮੈਜੀਨੇਟਿਵ ਹੁੰਦੀ ਹੈ, ਉਹ ਇਮੈਜੀਨੇਸ਼ਨ ਵਿੱਚ ਜ਼ਿਆਦਾ ਬਿਲੀਵ ਕਰਦੇ ਹੈ। ਸਿੰਬਲਸ ਐਂਡ ਲੈਂਗੁਏਜ ਦੇ ਥਰੂ ਉਹ ਲਰਨ ਕਰਦੇ ਹੈ। ਪਹਿਲਾਂ ਚਾਈਲਡ ਬਿਗਨਸ ਯੂਜ਼ਿੰਗ ਲੈਂਗੁਏਜ, ਤਾਂ ਚਾਈਲਡ ਜੋ ਹੈ 2 ਇਅਰਸ ਤੋਂ ਇੱਕ ਲੈਂਗੁਏਜ ਦੀ ਡਿਵੈਲਪਮੈਂਟ ਕਹਿੰਦੇ ਸ਼ੁਰੂ ਹੋ ਜਾਂਦੀ ਹੈ ਚਾਈਲਡ ਵਿੱਚ। ਤਾਂ ਜਦ ਬੱਚਾ 2 ਇਅਰਸ ਦਾ ਹੁੰਦਾ ਹੈ, ਲੈਂਗੁਏਜ ਡਿਵੈਲਪਮੈਂਟ ਦਾ ਵੀ ਆਪਾਂ ਇੱਥੇ ਲਿਖ ਲੈਂਦੇ ਆ। ਲੈਂਗੁਏਜ ਡਿਵੈਲਪਮੈਂਟ ਕਿਵੇਂ ਹੁੰਦੀ ਹੈ, ਜਦ ਬੱਚਾ 2 ਇਅਰਸ ਦਾ ਹੁੰਦਾ, 2 ਇਅਰਸ ਦਾ ਹੁੰਦਾ, ਤਾਂ ਉਹ ਕਿੰਨੇ ਵਰਡਸ ਬੋਲ ਸਕਦਾ, ਉਹ ਬੋਲ ਸਕਦਾ 200 ਵਰਡਸ। ਤੇ ਜਦ ਚਾਈਲਡ 7 ਇਅਰਸ ਤੱਕ ਹੋ ਜਾਂਦਾ, ਯਾਨੀ ਕਿ ਪ੍ਰੀ ਆਪਰੇਸ਼ਨਲ ਸਟੇਜ ਦੀ ਬਿਗਨਿੰਗ ਵਿੱਚ ਚਾਈਲਡ 200 ਵਰਡਸ ਬੋਲਦਾ। ਜਦ ਉਹ ਪ੍ਰੀ ਆਪਰੇਸ਼ਨਲ ਸਟੇਜ ਦੇ ਪੀਕ ਤੱਕ ਯਾਨੀ ਕਿ 7 ਇਅਰਸ ਤੱਕ ਪਹੁੰਚ ਜਾਂਦਾ ਹੈ, ਤਾਂ ਚਿਲਡਰਨ ਕਿੰਨੇ ਵਰਡਸ ਬੋਲਣਾ ਸਿੱਖ ਜਾਂਦੇ, ਅਪਰੋਕਸ 2000 ਵਰਡਸ। ਸੋ 200 ਤੋਂ ਲੈ ਕੇ 2000 ਵਰਡਸ ਤੱਕ ਚਿਲਡਰਨ ਜਿਹੜੇ ਹੈ ਸਿੱਖ ਜਾਂਦੇ ਹੈ। ਕਿਹੜੀ ਸਟੇਜ ਵਿੱਚ ਬੋਲਣਾ, ਪ੍ਰੀ ਆਪਰੇਸ਼ਨਲ ਸਟੇਜ ਵਿੱਚ। ਐਂਡ ਚਾਈਲਡ ਐਕਸਪੈਰੀਮੈਂਟਸ ਫॉर ਲਰਨਿੰਗ, ਮਤਲਬ ਚਾਈਲਡ ਐਕਸਪੈਰੀਮੈਂਟ ਕਰਦਾ ਹੈ ਸਿੱਖਣ ਲਈ ਚੀਜ਼ਾਂ, ਉਹ ਸੈਂਸਿਸ ਦਾ ਨਹੀਂ ਬਟ ਬਲਕਿ ਆਪਣੇ ਐਕਸਪੈਰੀਮੈਂਟ ਕਰਕੇ ਕੁਝ ਬਣਾ ਕੇ, ਜਿਵੇਂ ਬੱਚੇ ਪਜ਼ਲਸ ਗੇਮ ਸੋਲਵ ਕਰਦੇ ਹੈ, ਤਾਂ ਚਿਲਡਰਨ ਐਕਸਪੈਰੀਮੈਂਟ ਕਰਕੇ ਚੀਜ਼ਾਂ ਸਿੱਖਦੇ ਹੈ। ਈਗੋਸੈਂਟਰਿਜ਼ਮ ਸ਼ੋ ਕਰਦੇ ਹੈ। ਈਗੋਸੈਂਟਰਿਜ਼ਮ ਮੀਨਸ ਉਹਨਾਂ ਨੂੰ ਦੂਜਿਆਂ ਦੇ ਵਿਊ ਪੁਆਇੰਟ ਨਾਲ ਬਹੁਤਾ ਹਲੇ ਫਰਕ ਨਹੀਂ ਪੈਂਦਾ, ਜਾਂ ਉਹ ਇੰਨਾ ਸਮਝ ਨਹੀਂ ਸਕਦੇ, ਹਲੇ ਇੰਨੇ ਮੈਚਿਓਰ ਨਹੀਂ ਹੋਏ ਹੁੰਦੇ, ਉਹ ਈਗੋਸੈਂਟਰਿਕ ਹੁੰਦੇ ਆ ਚਿਲਡਰਨ। तो इनएनिमेट चीज़ां विच विश्वास करते हैं, बिलीव इन इनएनिमेट थिंग्स। इनएनिमेट चीज़ यानी कि वो चीज़ां जिन्हां विच फीलिंग्स नहीं हुंदी। सो इनएनिमेट ऑब्जेक्ट्स आर those objects which do not have feelings। so inanimate objects केड़े हुंदे अपने toys, cartoons। so children believe in inanimate objects in the pre-operational stage। and last is conservation which ਉਹ ਹਲੇ ਸਮਝ ਨਹੀਂ ਪਾਉਂਦੇ, ਮਤਲਬ ਚੀਜ਼ਾਂ ਦੀ ਕੁਆਂਟੀਟੀ ਕਿਵੇਂ ਸੇਮ ਹੈ ਡਿਸਪਾਈਟ ਉਹਦੀ ਸ਼ੇਪ ਚੇਂਜ ਹੋਣ ਦੇ ਬਾਵਜੂਦ ਵੀ ਉਹ ਹਲੇ ਇਹ ਵਾਲੇ ਕਨਸੈਪਟ ਨੂੰ ਸਮਝ ਨਹੀਂ ਪਾਉਂਦੇ। ਸੋ ਪ੍ਰੀ ਆਪਰੇਸ਼ਨਲ ਸਟੇਜ ਕਿਹੜੀ ਸਟੇਜ ਹੈ, ਪ੍ਰੀਟੈਂਡੈਂਟ ਪਲੇ ਦੀ ਸਟੇਜ ਹੈ, ਇਮੈਜੀਨੇਸ਼ਨ ਦੀ ਸਟੇਜ ਹੈ, ਲੈਂਗੁਏਜ ਡਿਵੈਲਪ ਹੋਣੀ ਸ਼ੁਰੂ ਹੋ ਜਾਂਦੀ ਹੈ। ਬੱਚਾ 200 ਵਰਡਸ 2 ਇਅਰਸ ਤੋਂ ਲੈ ਕੇ 700 ਵਰਡਸ ਸੌਰੀ 7 ਇਅਰਸ ਚ ਆ ਕੇ 2000 ਵਰਡਸ ਬੋਲਣਾ ਸਿੱਖ ਜਾਂਦਾ ਹੈ। ਸੋ ਇਹ ਲੈਂਗੁਏਜ ਦੀ ਡਿਵੈਲਪਮੈਂਟ ਹੁੰਦੀ ਹੈ। ਇਨਐਨੀਮੇਟ ਚੀਜ਼ਾਂ ਵਿੱਚ ਬਿਲੀਵ ਕਰਦਾ ਹੈ ਤੇ ਕਨਜ਼ਰਵੇਸ਼ਨ ਦੇ ਹਲੇ ਕਨਸੈਪਟ ਨੂੰ ਉਹ ਨਹੀਂ ਸਮਝ ਸਕਦਾ। ਥਰਡ ਸਟੇਜ ਇਜ਼ ਕੰਕਰੀਟ ਆਪਰੇਸ਼ਨਲ ਸਟੇਜ। ਤੇ ਇਹ ਸਟੇਜ ਵਿੱਚ ਕਿਹੜੀ ਏਜ ਗਰੁੱਪ ਦੇ ਬੱਚੇ ਆਉਂਦੇ ਆ, 7 to 11 ਇਅਰਸ ਦੇ। ਸੋ 7 to 11 ਇਅਰਸ ਦੇ ਬੱਚੇ ਨੂੰ ਆਪਾਂ ਕੰਕਰੀਟ ਆਪਰੇਸ਼ਨਲ ਸਟੇਜ ਵਿੱਚ ਰੱਖਦੇ ਆ। ਇੱਥੇ ਕੀ ਹੁੰਦਾ ਹੈ, ਚਿਲਡਰਨ ਸਟਾਰਟਸ ਟੂ ਥਿੰਕ ਲੌਜੀਕਲੀ। ਬੱਚੇ ਲੌਜੀਕਲੀ ਮਤਲਬ ਥਿੰਕ ਕਰਨਾ ਸਿੱਖ ਜਾਂਦੇ ਆ। ਲੌਜੀਕਲ ਥਿੰਕਰਸ ਹਲੇ ਉਹ ਲੌਜੀਕਲ ਥਿੰਕਿੰਗ ਦੀ ਉਹਨਾਂ ਦੀ ਸ਼ੁਰੂਆਤ ਹੋ ਜਾਂਦੀ ਹੈ, ਬਟ ਹਲੇ ਵੀ ਉਹਨਾਂ ਦੀ ਥਿੰਕਿੰਗ ਬਹੁਤ ਰਿਜਿਡ ਹੁੰਦੀ ਹੈ। ਸਟਿਲ देयर थिंकिंग इज रिजिड मीन्स कि चाइल्ड हले कंक्रीट ऑपरेशनल स्टेज ਵਿੱਚ ਚਾਹੇ ਲੌਜੀਕਲੀ ਸੋਚਣਾ ਸਿੱਖ ਜਾਂਦੇ ਹੈ, ਬਟ ਫਿਰ ਵੀ ਉਹਨਾਂ ਦੀ ਜਿਹੜੀ ਥਿੰਕਿੰਗ ਹੈ ਉਹ ਰਿਜਿਡ ਹੁੰਦੀ ਹੈ। ਤੁਸੀਂ ਇੰਨੀ ਛੇਤੀ ਉਹਨਾਂ ਦੀ ਥਿੰਕਿੰਗ ਨੂੰ ਚੇਂਜ ਨਹੀਂ ਕਰ ਸਕਦੇ। ਬੱਚੇ
ਕੰਜ਼ਰਵੇਸ਼ਨ ਐਂਡ ਰਿਵਰਸਿਬਿਲਿਟੀ ਨੂੰ ਸਮਝਣਾ ਸਿੱਖ ਜਾਂਦੇ ਆ ਕਿ ਚੀਜ਼ਾਂ ਰਿਵਰਸ ਜੇ ਆਪਾਂ ਕਰੀਏ ਤਾਂ ਉਹ ਕਿਵੇਂ ਫਿਰ ਵੀ ਸੇਮ ਰਹਿੰਦੀਆਂ। ਕੰਜ਼ਰਵੇਸ਼ਨ ਦਾ ਕਨਸੈਪਟ ਸਮਝਣਾ ਸਿੱਖ ਜਾਂਦੇ ਆ ਤਾਂ ਚੀਜ਼ਾਂ ਨੂੰ ਉਹ ਕਲਾਸੀਫਾਈ ਕਰਨਾ ਸਿੱਖ ਜਾਂਦੇ ਆ, ਗਰੁੱਪਸ ਐਂਡ ਕੈਟੇਗਰੀ ਵਿੱਚ ਡਿਵਾਈਡ ਕਰ ਸਕਦੇ ਆ ਕਿ ਜਿਵੇਂ ਆਪਾਂ ਕਹਿ ਦਿੰਦੇ ਨਾ ਲਿਵਿੰਗ ਐਂਡ ਨਾਨ ਲਿਵਿੰਗ ਚੀਜ਼ਾਂ ਨੂੰ ਆਪਾਂ ਕੈਟੇਗਰੀ ਵਿੱਚ ਡਿਵਾਈਡ ਕਰ ਦਈਏ ਕਿ ਲਿਵਿੰਗ ਆਰਗੈਨਿਜ਼ਮਸ ਕਿਹੜੇ ਹੈ, ਨਾਨ ਲਿਵਿੰਗ ਆਰਗੈਨਿਜ਼ਮਸ ਕਿਹੜੇ ਹੈ। ਤਾਂ ਚਿਲਡਰਨ ਉਹ ਚੀਜ਼ਾਂ ਵਿੱਚ ਕਲਾਸੀਫਾਈ ਕਰਨਾ ਸਿੱਖ ਜਾਂਦੇ ਆ। ਮੇਨ ਵਰਡ ਇਜ਼ ਕਲਾਸੀਫਾਈ ਕਰਨਾ ਸਿੱਖ ਜਾਂਦੇ ਆ ਕਿ ਕਿਹਦੇ ਵਿੱਚ, ਗਰੁੱਪ ਐਂਡ ਕੈਟੇਗਰੀ ਵਿੱਚ। ਓਕੇ, ਪ੍ਰੈਕਟੀਕਲ ਬਣ ਜਾਂਦੇ ਆ, ਮਤਲਬ ਪ੍ਰੈਕਟੀਕਲੀ ਸੋਚਦੇ ਆ, ਲੈਸ ਸੈਲਫ ਸੈਂਟਰਡ, ਮਤਲਬ ਦੂਜਿਆਂ ਦੇ ਵਿਊ ਪੁਆਇੰਟ ਬਾਰੇ ਵੀ ਸੋਚਣਾ ਸ਼ੁਰੂ ਕਰ ਦਿੰਦੇ ਆ। ਐਂਡ ਸਟਾਰ ਚਿਲਡਰਨ ਸੋਲਵ ਵਿਜ਼ੂਅਲ ਪ੍ਰੋਬਲਮਸ ਬੈਟਰ, ਮਤਲਬ ਬੱਚੇ ਜਿਹੜੇ ਵਿਜ਼ੂਅਲ ਪ੍ਰੋਬਲਮਸ ਨੂੰ ਜ਼ਿਆਦਾ ਬੈਟਰ ਸੋਲਵ ਕਰ ਸਕਦੇ ਆ, ਯਾਨੀ ਜੋ ਚੀਜ਼ਾਂ ਉਹਨਾਂ ਦੇ ਸਾਹਮਣੇ ਉਹ ਵਿਜ਼ੂਅਲੀ ਦੇਖ ਸਕਦੇ ਆ, ਉਹ ਪ੍ਰੋਬਲਮਸ ਨੂੰ ਬੈਟਰ ਸੋਲਵ ਕਰ ਸਕਦੇ ਆ ਰੈਦਰ ਦੈਨ ਵਰਬਲ ਪ੍ਰੋਬਲਮਸ। ਵਰਬਲ ਪ੍ਰੋਬਲਮਸ ਨੂੰ ਬੱਚੇ ਨਹੀਂ ਇੰਨਾ ਵਧੀਆ ਸੋਲਵ ਕਰ ਸਕਦੇ, ਬਟ ਦੇ ਆਰ ਕੇਪੇਬਲ ਆਫ ਸੋਲਵਿੰਗ ਵਿਜ਼ੂਅਲ ਪ੍ਰੋਬਲਮਸ। ਵਿਜ਼ੂਅਲ ਪ੍ਰੋਬਲਮਸ ਨੂੰ ਸੋਲਵ ਕਰ ਸਕਦੇ ਆ। ਤਾਂ ਕੰਜ਼ਰਵੇਸ਼ਨ ਦਾ ਕਨਸੈਪਟ ਉਹ ਸਮਝ ਜਾਂਦੇ ਆ। ਕੰਜ਼ਰਵੇਸ਼ਨ ਮੀਨਸ they realize that objects remain same even when their appearance is changed or object is turned around। ਇੱਥੇ ਲਿਖ ਦਿੰਦੀ ਆ, conservation means things remain same even when their appearance is changed or the thing is turned around। ਮਤਲਬ ਕਿ ਕੋਈ ਚੀਜ਼ ਨੂੰ, ਕੋਈ ਟॉय ਨੂੰ ਅਸੀਂ ਪੁੱਠਾ ਕਰਕੇ ਰੱਖ ਦਈਏ ਜਾਂ ਆਪਾਂ ਮਿਲਕ ਨੂੰ ਇੱਕ ਬੜੇ ਕਲਾਸ ਤੋਂ ਸ਼ਿਫਟ ਕਰਕੇ ਸੇਮ ਕੁਆਂਟੀਟੀ ਆਫ ਮਿਲਕ ਨੂੰ ਆਪਾਂ ਛੋਟੇ ਕਲਾਸ ਵਿੱਚ ਪੋਰ ਕਰ ਦਈਏ ਤਾਂ ਵੀ ਚਿਲਡਰਨ ਲੱਗੂਗਾ ਕਿ ਹਾਂ ਕੁਆਂਟੀਟੀ ਸੇਮ ਹੈ, ਚਾਹੇ ਉਹਦਾ ਅਪੀਅਰੈਂਸ ਦਿਖਣ ਵਿੱਚ ਗਲਾਸ ਦਾ ਬੜਾ ਜਾਂ ਛੋਟਾ ਹੈ। ਤਾਂ ਚੀਜ਼ਾਂ ਇਹ ਵੀ ਬੱਚੇ ਸਿੱਖ ਜਾਂਦੇ ਆ ਕਿਹੜੀ ਏਜ ਗਰੁੱਪ ਵਿੱਚ ਆ ਕੇ, 7 to 11 ਈਅਰਸ ਵਿੱਚ ਆ ਕੇ। ਲੌਜੀਕਲੀ ਸੋਚਣਾ ਸਿੱਖ ਜਾਂਦੇ ਆ, ਲੈਸ ਸੈਲਫ ਸੈਂਟਰਡ ਹੋ ਜਾਂਦੇ ਆ, ਮਤਲਬ ਈਗੋ ਸੈਂਟਰਿਜ਼ਮ ਇੰਨਾ ਨਹੀਂ ਹੁੰਦਾ ਉਹਨਾਂ ਵਿੱਚ, ਈਗੋ ਸੈਂਟਰਿਕ ਉਹ ਨਹੀਂ ਹੁੰਦੇ, ਬਲਕਿ ਦੂਜੇ ਦੇ ਵਿਊ ਪੁਆਇੰਟ ਨੂੰ ਵੀ ਉਹ ਸਮਝਣਾ ਸਿੱਖ ਜਾਂਦੇ ਆ। ਤੇ ਲਾਸਟ ਆਪਣੀ ਪ੍ਰੀਵੀਅਸ ਸਟੇਜ ਵਿੱਚ, ਪ੍ਰੀ ਆਪਰੇਸ਼ਨਲ ਸਟੇਜ ਵਿੱਚ ਚਿਲਡਰਨ ਇਮੈਜੀਨੇਸ਼ਨ ਨੂੰ ਬਿਲੀਵ ਕਰਦੇ ਆ, ਬਟ ਇਸ ਸਟੇਜ ਵਿੱਚ ਆ ਕੇ ਬੱਚੇ ਕਿਹਦੇ ਵਿੱਚ ਬਿਲੀਵ ਕਰਦੇ ਆ, ਐਕਚੁਅਲ ਫੈਕਟਸ ਵਿੱਚ। ਸੋ ਇਮੈਜੀਨੇਸ਼ਨ ਨਹੀਂ ਹੁੰਦੀ, ਇਮੈਜੀਨੇਸ਼ਨ ਵਿੱਚ ਬਹੁਤਾ ਬਿਲੀਵ ਨਹੀਂ ਕਰਦੇ ਕੰਕਰੀਟ ਆਪਰੇਸ਼ਨਲ ਸਟੇਜ ਵਿੱਚ ਆ ਕੇ, ਬਲਕਿ ਐਕਚੁਅਲ ਫੈਕਟਸ ਜੋ ਚੀਜ਼, ਜਿਹੜੀ ਚੀਜ਼ਾਂ ਨੂੰ ਪ੍ਰੂਵ ਕਰ ਸਕਦੇ ਆ, ਬਸ ਚਿਲਡਰਨ ਉਹੀ ਚੀਜ਼ਾਂ ਨੂੰ ਬਿਲੀਵ ਕਰਦੇ ਆ। ਤੇ ਐਕਸਪੈਰੀਮੈਂਟ ਲਾਸਟ ਪ੍ਰੀ ਆਪਰੇਸ਼ਨਲ ਸਟੇਜ ਵਿੱਚ ਐਕਸਪੈਰੀਮੈਂਟੇਸ਼ਨ ਤੋਂ ਸਿੱਖਦੇ ਸੀ ਚਿਲਡਰਨ, ਸੈਂਸਰੀ ਮੋਟਰ ਸਟੇਜ ਵਿੱਚ ਸੈਂਸਿਸ ਤੋਂ ਸਿੱਖਦੇ ਸੀ। ਇਸ ਥਰਡ ਸਟੇਜ ਵਿੱਚ ਆ ਕੇ ਚਿਲਡਰਨ ਕੀ ਕਰਦੇ ਆ, ਰੂਲਸ ਫॉर ਲਰਨਿੰਗ ਦੇ ਰੂਲਸ ਤੋਂ ਸਿੱਖਦੇ ਆ। ਸੋ ਨੈਕਸਟ ਐਂਡ ਲਾਸਟ ਸਟੇਜ ਇਜ਼ ਫਾਰਮਲ ਆਪਰੇਸ਼ਨਲ ਸਟੇਜ। ਇਹਦੇ ਵਿੱਚ 11 to 15 ਈਅਰਸ ਐਂਡ ਬਿਯੋਂਡ ਦੇ ਚਿਲਡਰਨ ਆਪਾਂ ਮੰਨ ਸਕਦੇ ਆ ਕਿ ਇਸ ਫਾਰਮਲ ਆਪਰੇਸ਼ਨਲ ਸਟੇਜ ਵਿੱਚ ਆਉਂਦੇ ਆ। ਫਾਰਮਲ ਆਪਰੇਸ਼ਨਲ ਸਟੇਜ ਇਹ ਫਾਈਨਲ ਸਟੇਜ ਹੁੰਦੀ ਹੈ ਡਿਵੈਲਪਮੈਂਟ ਦੀ, ਤੇ ਇਹਦੇ ਵਿੱਚ ਚਿਲਡਰਨ ਕੀ ਕਰਦੇ ਆ, ਐਬਸਟਰੈਕਟ ਐਂਡ ਲੌਜੀਕਲੀ ਸੋਚਣਾ ਸਿੱਖ ਜਾਂਦੇ ਆ। ਓਕੇ, ਸਾਇੰਟਿਫਿਕ ਵਿਊ ਪੁਆਇੰਟ ਉਹਨਾਂ ਦਾ ਡਿਵੈਲਪ ਹੋ ਜਾਂਦਾ ਹੈ, ਸਾਇੰਟਿਫਿਕ ਵਿਊ ਪੁਆਇੰਟ ਸ਼ੇਪ ਹੋ ਜਾਂਦਾ ਉਹਨਾਂ ਦਾ, ਸਾਇੰਟਿਫਿਕਲੀ, ਲੌਜੀਕਲੀ, ਮੈਥਮੈਟਿਕਲੀ ਚੀਜ਼ਾਂ ਨੂੰ ਉਹ ਜਿਹੜਾ ਹੈ ਬਿਲੀਵ ਕਰਦੇ ਆ। is shaped, scientific viewpoint is shaped, they are able to solve hypothetical situations and future possibility। ਜੇ ਕੋਈ hypothetical situation ਦੇ ਦਿੱਤੀ ਜਾਵੇ ਚਾਈਲਡ ਨੂੰ ਤਾਂ ਉਹ ਚੀਜ਼ ਨੂੰ ਵੀ ਉਹ ਸੋਚ ਸਕਦਾ ਹੈ ਲੌਜੀਕਲੀ, ਔਰ ਉਹਦਾ ਇੱਕ ਆਊਟਕਮ ਜਾਂ ਰਿਜ਼ਲਟ ਵੀ, ਉਹ ਕੌਨਸੀਕੁਐਂਸ ਵੀ ਜਿਹੜਾ ਹੈ ਦੱਸ ਸਕਦੇ ਆ ਕਿ ਕਿਆ ਉਹਦਾ ਆਊਟਕਮ ਨਿਕਲੇਗਾ ਇਸ ਸਿਚੁਏਸ਼ਨ ਦਾ, ਐਂਡ ਕਿਆ ਵੇ ਆਊਟ ਨਿਕਾਲ ਸਕਦੇ ਆ ਆਪਾਂ। So they are able to solve problem in systematic and scientific way। scientific way ਚੋਂ ਸੋਚਦੇ ਆ ਕਿਵੇਂ ਕਿਸੇ ਪ੍ਰੋਬਲਮ ਨੂੰ ਸੋਲਵ ਕਰਿਆ ਜਾ ਸਕਦਾ ਹੈ,
they start thinking about their roles in society. ਚਿਲਡਰਨ ਆਪਣੇ ਰੋਲ ਸੋਚਦੇ ਆ ਕਿ ਸਾਡਾ ਸੋਸਾਇਟੀ ਵਿੱਚ ਕੀ ਰੋਲ ਹੈ। So they starts to solve things using mathematical calculations. Mathematical calculations ਦੇ use ਨਾਲ ਉਹ solve ਕਰਨਾ ਸ਼ੁਰੂ ਕਰ ਦਿੰਦੇ ਆ। ਸੋ ਜਿਹਦੇ ਨਾਲ ਉਹਨਾਂ ਦੀ ਐਨਾਲਿਟੀਕਲ ਐਬਿਲਿਟੀਜ਼ ਵੀ ਸ਼ੇਪ ਹੁੰਦੀਆਂ। ਐਨਾਲਿਟੀਕਲ abilities are shaped because of this. Okay, so ਜਦ ਇਸ ਏਜ ਗਰੁੱਪ ਵਿੱਚ ਆ ਕੇ ਚਿਲਡਰਨ ਜਿਹੜੇ ਲੌਜੀਕਲ ਸੋਚਦੇ ਆ ਔਰ ਉਹ ਕੰਪਲੈਕਸ ਯਾਨੀ ਕਿ ਬਹੁਤ ਮੁਸ਼ਕਿਲ ਕਨਸੈਪਟਸ ਨੂੰ ਵੀ ਸਮਝਣਾ ਸ਼ੁਰੂ ਕਰ ਦਿੰਦੇ ਆ, ਜਿਵੇਂ ਜਸਟਿਸ, ਫਰੀडम, ਮੋਰੈਲਿਟੀ ਕਿਆ ਹੁੰਦੀ ਹੈ, ਜਸਟਿਸ ਆਪਾਂ ਕਿਵੇਂ ਡਿਮਾਂਡ ਕਰਨੀ ਹੈ ਜਾਂ ਸਾਨੂੰ ਕਿਵੇਂ ਪ੍ਰੋਵਾਈਡ ਹੁੰਦਾ ਸੋਸਾਇਟੀ ਵਿੱਚ। ਸੋ ਉਹ ਜਿਹੜੇ ਹੈ ਕਨਸਟੀਟਿਊਸ਼ਨ, ਵੈਲਿਊਜ਼, ਮੋਰਲਸ, ਐਥਿਕਸ, ਇਹ ਚੀਜ਼ਾਂ ਵਿੱਚ ਉਹ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੰਦੇ ਆ ਐਂਡ ਉਹ ਆਪਣੀ ਸੋਸਾਇਟੀ ਵਿੱਚ ਰੋਲ ਦੇਖਦੇ ਆ ਕਿ ਸਾਡਾ ਸੋਸਾਇਟੀ ਵਿੱਚ ਕਿਆ ਰੋਲ ਹੈ। ਸੋ ਦੈਟ ਵਾਜ਼ ਇੱਕ ਲਾਸਟ ਕਲਾਸ ਵਿੱਚ ਆਪਾਂ ਸੋ ਦੈਟਸ ਹਾਊ ਦਾ ਜੀਨ ਪਿਆਜੇ ਥਿਓਰੀ ਐਂਡਸ ਹੇਅਰ। ਲਾਸਟ ਕਲਾਸ ਵਿੱਚ ਆਪਾਂ ਸਟੇजेस ਆਫ ਅਡੈਪਟੇਸ਼ਨ ਬਾਰੇ ਪੜਿਆ। ਇਸ ਕਲਾਸ ਵਿੱਚ ਸਟੇजेस ਆਫ ਡਿਵੈਲਪਮੈਂਟ ਜਿਹੜੀਆਂ ਕਿ 4 ਸਟੇजेस ਹੈ, ਸੈਂਸਰੀ ਮੋਟਰ, ਪ੍ਰੀ ਆਪਰੇਸ਼ਨਲ, ਕੰਕਰੀਟ ਆਪਰੇਸ਼ਨਲ ਐਂਡ ਫਾਰਮਰ ਆਪਰੇਸ਼ਨਲ ਸਟੇਜ ਬਾਰੇ ਡਿਸਕਸ ਕਰਿਆ। ਨੈਕਸਟ ਕਲਾਸ ਵਿੱਚ I will bring to you Vygotsky and other thinkers theories as well, but ਉਹਦੇ ਲਈ do subscribe Cored channel on YouTube and follow me on Instagram. My email ID, my Insta ID is Cored Official. Thank you so much.